ਲੋਕਾਂ ਨੇ ਆਪਣਿਆਂ ਨੇ ਪਰਾਇਆਂ ਨੇ ਕਿਸੇ ਨੇ ਕੀਤੀਆਂ ਹਾਂ ਬਿਲਕੁਲ ਸਰ, ਆਪਣੇ ਤਾਂ ਨਹੀਂ ਕਹਿੰਦੇ, ਲੋਕ ਜ਼ਿਆਦਾ ਤੁਹਾਨੂੰ ਜੱਜ ਕਰਦੇ ਆ। ਤੇ ਸਾਰਾ ਮਤਲਬ 5-6 ਗੇਮਸ ਦੀ ਮੈਂ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹਾਂ। ਐਕਚੁਅਲੀ ਫਿਟਨੈਸ ਦੀ ਲੋਕਾਂ ਨੂੰ ਨੌਲੇਜ ਨਹੀਂ ਹੈ, ਮੈਨੂੰ ਵੀ ਨਹੀਂ ਨੌਲੇਜ ਸੀਗੀ ਇੰਨੀ। ਸਡਨਲੀ ਲੋਅਰ ਬੈਕ ਦੀ ਜਦੋਂ ਦਿੱਕਤ ਹੋਈ, ਮੈਨੂੰ ਚੱਲਣਾ ਫਿਰਨਾ ਮੇਰਾ ਮੁਸ਼ਕਿਲ ਹੋ ਗਿਆ। ਡਾਕਟਰ ਨੇ ਤਾਂ ਇੱਕੋ ਹੀ ਗੱਲ ਕਹੀ, ਆਪਰੇਸ਼ਨ ਕਰਾ ਲਓ ਜੀ। ਉਹਨਾਂ ਦਾ ਫਸਟ ਬੈਚ ਮੈਂ ਜੁਆਇਨ ਕਰਿਆ, 13 ਮੁੰਡੇ ਸੀਗੇ ਤੇ 14ਵੀਂ ਮੈਂ ਕੁੜੀ ਸੀ। ਕੱਲੀ ਕੁੜੀ? ਹਾਂਜੀ, ਕੱਲੀ ਕੁੜੀ। ਸਰ ਹਰ ਫੀਲਡ 'ਚ ਨਾ ਕੁੜੀਆਂ ਦਾ ਸ਼ੋਸ਼ਣ ਹੁੰਦਾ ਹੈ। ਔਰ ਮੈਂ ਜਦੋਂ ਪੁੱਛਣਾ ਕਿ ਸਰ ਤੁਹਾਨੂੰ ਹੈਲਪ ਦੀ ਲੋੜ ਹੈ, ਮੈਨੂੰ ਅੱਗੋਂ ਐਟੀਟਿਊਡ ਹੁੰਦਾ ਸੀ ਮੁੰਡਿਆਂ ਦਾ, ਇੱਕ ਮੈਨੀਗੋ ਵੀ, ਮੈਂ ਤੋਂ ਕਿਉਂ ਹੈਲਪ ਤੂੰ ਹੁਣ ਮੈਨੂੰ ਦੇਂਗੇ ਹੈਲਪ, ਮਤਲਬ ਕਈ ਬੋਲ ਵੀ ਜਾਂਦੇ ਸੀਗੇ। ਕੁਝ ਵੀ ਫਰਕ ਨਹੀਂ ਹੈ, ਮੈਂ ਰਾਤੀ 11 ਵਜੇ ਵੀ ਇੱਥੋਂ ਜਾਂਦੀ ਹਾਂ। ਲੋਕ ਜੱਜ ਕਰੀ ਜਾਣ, ਲੋਕਾਂ ਦਾ ਕੰਮ ਹੈ ਭੌਂਕਣਾ। ਤਾਂ ਅੱਜ ਦੀ ਸਾਡੀ ਪੇਸ਼ਕਸ਼ ਉਹਨਾਂ ਲੋਕਾਂ ਵਾਸਤੇ ਖਾਸ ਹੈ ਜੋ ਕਹਿੰਦੇ ਨੇ ਕਿ ਕੁੜੀਆਂ ਨੂੰ ਰਾਤ ਨੂੰ ਬਾਹਰ ਕੰਮ ਨਹੀਂ ਕਰਨਾ ਚਾਹੀਦਾ, ਕਿਰਤ ਨਹੀਂ ਕਰਨੀ ਚਾਹੀਦੀ, ਕੁੜੀਆਂ ਵਾਸਤੇ ਬਾਡੀ ਬਿਲਡਿੰਗ ਨਹੀਂ ਹੈਗੀ, ਕੁੜੀਆਂ ਵਾਸਤੇ ਸਪੋਰਟਸ ਨਹੀਂ ਹੈਗੀਆਂ। ਤਾਂ ਇਹ ਸਾਰੀਆਂ ਗੱਲਾਂ ਜਿਹੜੇ ਲੋਕ ਕਰਦੇ ਨੇ, ਉਹ ਉਹਨਾਂ ਨੂੰ ਅੱਜ ਅਸੀਂ ਅਜਿਹੀ ਕੁੜੀ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਇਹ ਸਾਰਾ ਕੁਝ ਹੀ ਕੀਤਾ। ਤਾਂ ਤੁਹਾਡੀ ਸੋਚ ਨੂੰ ਜਵਾਬ ਹੈ, ਕਿਉਂਕਿ ਉਹਨਾਂ ਨੇ ਰਾਤ ਨੂੰ ਦਿਨ ਨੂੰ ਹਰ ਵੇਲੇ 24 ਘੰਟੇ ਕਿਰਤ ਕੀਤੀ ਹੈ, ਮਿਹਨਤ ਕਰਕੇ ਕਮਾਈ ਕੀਤੀ ਹੈ। ਬਾਡੀ ਬਿਲਡਿੰਗ ਉਹ ਕਰਦੇ ਨੇ, ਕਰਦੇ ਕੀ ਨੇ, ਲੋਕਾਂ ਨੂੰ ਵੀ ਸਿਖਾਉਂਦੇ ਨੇ, ਟ੍ਰੇਨਿੰਗ ਦਿੰਦੇ ਨੇ। ਨੈਸ਼ਨਲ ਚੈਂਪੀਅਨ ਕਹਿ ਸਕਦੇ ਹਾਂ, ਇੱਕ ਨਹੀਂ 6 ਖੇਡਾਂ ਦੇ ਵਿੱਚ। ਗੱਲਬਾਤ ਕਰਾਂਗੇ ਕਿਉਂਕਿ ਅੱਜ ਇਸ ਵੇਲੇ ਉਹ ਨਾਲ ਉਹਨਾਂ ਨੇ ਆਪਣਾ ਫੂਡ ਦਾ ਕੰਮ ਵੀ ਤੋਰਿਆ ਹੈ, ਉਹ ਵੀ ਫਿਟਨੈਸ ਫੂਡ। ਗੱਲਬਾਤ ਸ਼ੁਰੂ ਕਰਦੇ ਹਾਂ, ਜਾਣਦੇ ਹਾਂ ਕੀ ਕਹਾਣੀ ਹੈ ਸਟਰਗਲ ਦੀ। ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਕੀ ਨਾਮ ਕੀ ਹੈ ਤੁਹਾਡਾ ਜੀ? ਸਭ ਤੋਂ ਪਹਿਲਾਂ ਨਾਮ ਦੱਸ। ਦੀਪਿਕਾ ਸਿੰਘ। ਜਿਸ ਤਰੀਕੇ ਮੈਂ ਕਿਹਾ ਕਿ ਕੋਈ ਬੰਦੇ ਕਹਿੰਦੇ ਆ ਕਿ ਆਹ ਨਹੀਂ ਕਰਨਾ, ਕੁੜੀਆਂ ਤਾਂ ਰਾਤ ਨੂੰ ਆਏ ਨਹੀਂ, ਐ ਕੰਮ ਨਹੀਂ ਕਰ ਸਕਦੇ, ਬਾਡੀ ਬਿਲਡਿੰਗ ਤਾਂ ਬਣੀ ਨਹੀਂ ਕੁੜੀਆਂ ਵਾਸਤੇ, ਗੇਮਸ ਤਾਂ ਬਣੀਆਂ ਨਹੀਂ, ਸਪੋਰਟਸ ਤੇ ਨਹੀਂ ਜਾਣਾ ਚਾਹੀਦਾ, ਰਾਤ ਨੂੰ ਨਹੀਂ ਲੇਟ ਨਾਈਟ ਨਿਕਲਣਾ, ਲੇਟ ਨਾਈਟ ਦਾ ਕੰਮ ਨਹੀਂ ਕਰਨਾ, ਘਰ ਟਾਈਮ ਨਾਲ ਪਹੁੰਚਣਾ। ਇਹ ਗੱਲਾਂ ਤੁਹਾਡੇ ਤੱਕ ਵੀ ਆਈਆਂ ਹੋਣਗੀਆਂ ਕਿਸੇ ਵੇਲੇ? ਲੋਕਾਂ ਨੇ ਆਪਣਿਆਂ ਨੇ ਪਰਾਇਆਂ ਨੇ ਕਿਸੇ ਨੇ ਕੀਤੀਆਂ ਹੋਣਗੀਆਂ। ਬਿਲਕੁਲ ਸਰ, ਆਪਣੇ ਤਾਂ ਨਹੀਂ ਕਹਿੰਦੇ, ਲੋਕ ਜ਼ਿਆਦਾ ਤੁਹਾਨੂੰ ਜੱਜ ਕਰਦੇ ਆ, ਕਿਉਂਕਿ ਨਾ ਆਪਣਿਆਂ ਨੂੰ ਤਾਂ ਪਤਾ ਵੀ ਤੁਹਾਡਾ ਨੇਚਰ ਕੀ ਹੈ ਨਾ, ਆਪਣੇ ਬੱਚੇ ਦਾ ਪਤਾ ਹੁੰਦਾ ਹੈ ਨਾ। ਤੇ ਸ਼ੁਰੂ ਤੋਂ ਹੀ ਜਿਵੇਂ ਸਾਡਾ ਬੈਕਗ੍ਰਾਉਂਡ ਸਪੋਰਟਸ ਰਿਹਾ, ਮੇਰੀ ਫੈਮਿਲੀ ਦੇ ਵਿੱਚ ਮੈਂ ਜਿਵੇਂ ਮੇਰੇ ਫਾਦਰ ਸਾਹਿਬ ਕਬੱਡੀ ਪਲੇਅਰ ਸੀਗੇ, ਠੀਕ ਹੈ, ਤੇ ਮੈਂ ਸ਼ੁਰੂ ਤੋਂ ਹੀ ਮਤਲਬ ਬੋਡੀ ਬਿਲਡਿੰਗ ਦਾ ਬਹੁਤ ਲੇਟ ਸ਼ੁਰੂ ਹੋਈ ਹੈ। ਸਪੋਰਟਸ ਦੇ ਵਿੱਚ ਹੀ ਸਕੂਲ 'ਚ ਹਮੇਸ਼ਾ ਅੱਗੇ ਰਹੀ, ਕੈਪਟਨ ਰਹਿੰਦੀ ਸੀ, ਜਿਹੜੀ ਵੀ ਗੇਮ 'ਚ ਜਾਂਦੀ ਸੀਗੀ। ਤੇ ਸਾਰਾ ਮਤਲਬ 5-6 ਗੇਮਸ ਦੀ ਮੈਂ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹਾਂ। ਉਸ ਤੋਂ ਬਾਅਦ ਇੱਕ ਡ੍ਰੀਮ ਸੀਗਾ ਕਿ ਕਿਉਂਕਿ ਫਿਜ਼ੀਕਲ ਦੇ ਵਿੱਚ ਅੱਗੇ ਸੀ, ਫਿਜ਼ੀਕਲ ਐਜੂਕੇਸ਼ਨ ਦੇ ਵਿੱਚ, ਤੇ ਟੀਚਰ ਵੀ ਉਹਦੀ ਬਣੀ। ਸਰਗੋਦਾ ਸਕੂਲ 'ਚ ਐਜ਼ ਏ ਪੀਟੀ ਟੀਚਰ ਜੌਬ ਕਰੀ 4 ਸਾਲ ਮੈਂ ਉੱਥੇ ਜੌਬ ਕਰਕੇ। ਫਿਰ ਮੈਨੂੰ ਸਡਨਲੀ ਲੋਅਰ ਬੈਕ ਦੀ ਦਿੱਕਤ ਹੋ ਗਈ ਸਰ। ਲੋਅਰ ਬੈਕ ਦੀ ਕਿਹੜੀਆਂ ਵੈਸੇ ਤੁਸੀਂ ਸਪੋਰਟਸ ਕੀਤੀਆਂ? ਮੈਂ ਸਰ ਬੇਸਬਾਲ ਦੀ ਨੈਸ਼ਨਲਸ ਰਹਿ ਚੁੱਕੀ ਹਾਂ, ਠੀਕ ਹੈ, ਮਾਰਸ਼ਲ ਆਰਟ ਦੀ ਰਹਿ ਚੁੱਕੀ ਹੈ, ਜੂਡੋ ਦੀ ਰਹਿ ਚੁੱਕੀ ਹਾਂ, ਥਰੋਬਾਲ ਦੀ ਰਹਿ ਚੁੱਕੀ ਹਾਂ। ਮਤਲਬ ਐਸੀ ਕੋਈ ਗੇਮ ਨਹੀਂ ਸੀ ਜਿਹੜੀ ਮੈਂ ਪਾਰਟਿਸਿਪੇਟ ਨਾ ਕੀਤੀ ਹੋਵੇ। ਮਤਲਬ ਵੀ ਬਚੋ ਬਸ ਜਿੰਨਾ ਬਚਿਆ ਜਾ ਸਕਦਾ। ਤੇ ਅੱਗੇ ਫਿਰ ਤੁਸੀਂ ਜਿਵੇਂ ਤੁਸੀਂ ਦੱਸਿਆ ਕਿ ਬੈਕ ਦੀ ਪ੍ਰੋਬਲਮ ਆਈ, ਉਹ ਸਮਾਂ ਕਿਹੋ ਜਿਹਾ ਸੀ? ਫਿਰ ਉਸ ਤੋਂ ਬਾਅਦ ਕਿਵੇਂ ਦ੍ਰਿੜਤਾ ਬਣਾਈ, ਕਿਵੇਂ ਜਜ਼ਬਾ ਲਿਆਂਦਾ ਕਿ ਮੈਂ ਬਾਡੀ? ਸਾਨੂੰ ਨਾ ਬਾਡੀ ਦਾ ਪਤਾ ਨਹੀਂ ਹੈ, ਬਾਡੀ ਸਾਡੀ ਚੱਲਦੀ ਫਿਰਦੀ ਰਹਿੰਦੀ ਹੈ ਨਾ, ਬਹੁਤ ਵਧੀਆ ਲੱਗਦਾ, ਅਸੀਂ ਸਾਰੇ ਕੰਮ ਕਰ ਸਕਦੇ ਹਾਂ। ਐਕਚੁਅਲੀ ਫਿਟਨੈਸ ਦੀ ਲੋਕਾਂ ਨੂੰ ਨੌਲੇਜ ਨਹੀਂ ਹੈ, ਮੈਨੂੰ ਵੀ ਨਹੀਂ ਨੌਲੇਜ ਸੀਗੀ ਇੰਨੀ, ਕਿਉਂਕਿ ਇੱਕ ਗੇਮ ਕਰ ਰਹੇ ਸੀ ਯੰਗ ਬਲੱਡ, ਜਿਵੇਂ ਹੁੰਦਾ ਨਾ ਕਿ ਧੁੱਪ 'ਚ ਵੀ 4 ਵਜੇ ਦੁਪਹਿਰੇ ਪ੍ਰੈਕਟਿਸ ਕਰ ਰਹੇ ਆ, ਮਾਰਨਿੰਗ 4 ਵਜੇ ਜਨੂਨ ਹੁੰਦਾ। ਤੇ ਤੁਹਾਨੂੰ ਨਾ ਆਪਣੀ ਜਦ ਤੱਕ ਬਾਡੀ ਚੱਲ ਰਹੀ, ਤੁਹਾਨੂੰ ਉਸ ਚੀਜ਼ ਦੀ ਇੰਨੀ ਪਰਵਾਹ ਨਹੀਂ ਹੁੰਦੀ, ਉਹਦੀ ਨਾ ਐਂਬੀਸ਼ਨਸ ਕੀ ਹੈ ਤੁਹਾਨੂੰ ਪਤਾ ਨਹੀਂ ਹੈ। ਫਿਟਨੈਸ ਸਰ ਬਹੁਤ ਵੱਡੀ ਚੀਜ਼ ਹੈ। ਅੱਜ ਆਪਾਂ ਖੜੇ ਆ, ਗੱਲ ਕਰ ਰਹੇ ਆ, ਕੰਮ ਕਰ ਰਹੇ ਆ, ਪੈਸੇ ਕਮਾ ਰਹੇ ਆ, ਆਪਾਂ ਨੂੰ ਵਧੀਆ ਲੱਗ ਰਿਹਾ। 2 ਦਿਨ ਅਸੀਂ ਮੰਜੇ ਤੇ ਪੈ ਜਾਈਏ ਨਾ, ਸਾਨੂੰ ਏਦਾਂ ਲੱਗੂਗਾ ਕਿ ਪਤਾ ਨਹੀਂ ਸਾਡੀ ਦੁਨੀਆ ਖਤਮ ਹੋ ਗਈ। ਲੋਕਡਾਊਨ ਹੋਇਆ ਸੀ, ਲੱਗਦਾ ਸੀ ਨਾ ਦੁਨੀਆ ਖਤਮ ਹੋ ਗਈ, ਕਿ ਹੁਣ ਪਤਾ ਨਹੀਂ ਕਦੋਂ ਦੁਬਾਰਾ ਸਭ ਕੁਝ ਸਟਾਰਟ ਹੋਏਗਾ। ਤਾਂ ਹੀ ਚੰਗੀ ਲੱਗਦੀ ਆਪਣਾ ਸਰੀਰ ਹੋਵੇ। ਔਰ ਇਹ ਚੀਜ਼ ਮੈਨੂੰ ਉਦੋਂ ਹੀ ਰਿਅਲਾਈਜ਼ ਹੋਈ ਕਿ ਜਦੋਂ ਮੇਰੀ ਲੋਅਰ ਬੈਕ ਦੀ ਦਿੱਕਤ ਹੋਈ, ਮੈਂ ਜੌਬ ਕਰ ਰਹੀ ਸੀ ਉਦੋਂ ਪੀਟੀ ਟੀਚਰ ਦੀ। ਮੇਰੀ ਜੌਬ ਵੀ ਕੁਝ ਜ਼ਿਆਦਾ ਨਹੀਂ, 7:30 ਵਜੇ ਸਕੂਲ ਲੱਗਦਾ ਸੀਗਾ ਤੇ 2:30-3 ਵਜੇ ਤੱਕ ਮੈਨੂੰ ਆਫ ਹੋ ਜਾਂਦਾ ਸੀ। 4 ਵਜੇ ਆਪਣਾ ਘਰ ਆਇਆ, ਆਰਾਮ ਨਾਲ ਖਾਦਾ ਪੀਤਾ ਹੈ ਨਾ, ਸੋ ਗਏ। ਤੇ ਉਸ ਤੋਂ ਬਾਅਦ ਸਡਨਲੀ ਲੋਅਰ ਬੈਕ ਦੀ ਜਦੋਂ ਦਿੱਕਤ ਹੋਈ, ਮੈਨੂੰ ਚੱਲਣਾ ਫਿਰਨਾ ਮੇਰਾ ਮੁਸ਼ਕਿਲ ਹੋ ਗਿਆ। ਡਾਕਟਰ ਨੇ ਤਾਂ ਇੱਕੋ ਹੀ ਗੱਲ ਕਹੀ, ਆਪਰੇਸ਼ਨ ਕਰਾ ਲਓ ਜੀ।
ਹੁਣ ਤੁਹਾਨੂੰ ਪਤਾ ਹੈ ਘਰਦਿਆਂ ਨੂੰ ਟੈਨਸ਼ਨ ਹੁੰਦੀ ਹੈ ਆਪਰੇਸ਼ਨ ਕਿਉਂ ਕਰਾਉਣਾ ਹੈ ਨਾ। ਦਿੱਕਤ ਆਈ ਸਪੋਰਟ ਕਰਕੇ ਹੀ ਸੀ ਜਦੋਂ ਹਾਂਜੀ ਮੈਂ ਨਾ ਸਰ +2 ਦੇ ਵਿੱਚ ਲੌਂਗ ਜੰਪ ਚ ਪਾਰਟਿਸਿਪੇਟ ਕਰਿਆ ਸੀਗਾ ਸਪੋਰਟਸ ਡੇ ਤੇ। ਉਦੋਂ ਮੇਰਾ 골ਡ ਹੀ ਆਇਆ ਸੀ। ਉਦੋਂ ਵੀ ਮੈਂ ਮਤਲਬ ਉਸ ਦਿਨ ਸਪੋਰਟਸ ਚੈਂਪੀਅਨਸ਼ਿਪ ਹੁੰਦਾ ਨਾ, 골ਡ ਮੈਡਲ ਕੁੜੀ ਇੱਕੋ ਹੀ, ਉਹ ਮੈਂ ਬਣੀ ਸੀਗੀ ਉਸ ਦਿਨ। ਤੇ ਮੈਨੂੰ ਉਦੋਂ ਨਹੀਂ ਅਹਿਸਾਸ ਹੋਇਆ, ਮੈਨੂੰ 3-4 ਸਾਲ ਬਾਅਦ ਜਾ ਕੇ ਨਾ ਮੈਨੂੰ ਇਹ ਮੇਰੀ ਲੈਗ ਸੌਣ ਲੱਗ ਗਈ ਹੈ ਨਾ, ਇੱਕ ਪਾਸੇ ਛਾਟਿਕਾ ਪੇਨ ਸ਼ੁਰੂ ਹੋ ਗਈ, ਉਦੋਂ ਨਹੀਂ ਫੀਲ ਹੋਇਆ। ਉਸ ਤੋਂ ਬਾਅਦ ਜਾ ਕੇ ਉਹ ਹੌਲੀ ਫੀਲ ਹੋਇਆ। ਤੇ ਫਿਰ ਡਾਕਟਰ ਨੇ ਮੈਨੂੰ ਕਿਹਾ ਕਿ ਆਪਰੇਸ਼ਨ ਕਰਾਉਣਾ ਪਏਗਾ ਤੁਹਾਨੂੰ। ਤੇ ਆਪਰੇਸ਼ਨ ਤਾਂ ਕਰਾਉਣਾ ਨਹੀਂ ਸੀਗਾ, ਇੱਕ ਜਨੂਨ ਹੁੰਦਾ ਨਹੀਂ ਯਾਰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੈ ਨਾ। ਤੇ ਸਬਸਟੀਟਿਊਟ ਦੱਸੋ ਡਾਕਟਰ ਸਾਹਿਬ ਇਹਦਾ। ਉਹ ਕਹਿੰਦੇ ਫਿਰ ਯਾਰ ਜਿਮ ਜੁਆਇਨ ਕਰਕੇ ਨਾ weight lose ਕਰ ਲਓ। weight ਬਹੁਤ ਵਧਾ ਲਿਆ ਸੀ, 89 weight ਹੋ ਗਿਆ ਸੀ ਮੇਰਾ। ਤੇ weight ਚਲੋ ਜੀ, ਨਾਲ ਜਿਮ ਹੈਗਾ ਘਰ ਦੇ ਨੇੜੇ, ਉੱਥੇ ਉੱਥੇ ਜਿਮ ਲੱਗੇ ਤਾਂ 2-3 ਮਹੀਨੇ ਤੱਕ ਲੂਜ਼ ਕਰ ਲਿਆ। ਬੋਡੀ ਸ਼ੇਪ ਚ ਆਉਣ ਲੱਗ ਗਈ, ਸੋਹਣਾ ਲੱਗਣ ਲੱਗ ਗਿਆ ਆਪਣੇ ਆਪ ਨੂੰ। ਨਾਲ ਦੀਆਂ ਫਰੈਂਡਸ ਬਣ ਗਈਆਂ ਕੁੜੀਆਂ, ਉਹ ਮੇਰੇ ਨਾਲ ਹੀ ਵਰਕਆਊਟ ਕਰਦੇ ਸੀ ਸਾਰੇ। ਤੇ ਜਿਮ ਦਾ ਸ਼ੌਂਕ ਬਣ ਗਿਆ ਕਿਉਂਕਿ ਜੌਬ ਨਿਕਲ ਗਈ। ਸਿਖਾਉਣ ਤੱਕ ਕਿਵੇਂ ਗਏ? ਬੜੀ ਛੇਤੀ ਗਏ। ਉਹੀ ਮੈਂ ਸਰ ਐਕਚੁਅਲੀ ਨਾ ਮੇਰੇ ਨਾਲ ਬਹੁਤ ਜਲਦੀ ਚੀਜ਼ਾਂ ਹੁੰਦੀਆਂ ਨੇ। ਮੈਂ ਇਹ ਦੇਖਿਆ ਕਿ ਮੈਂ ਅਗਰ ਕੋਈ ਚੀਜ਼ ਨੂੰ ਸੋਚ ਲਿਆ ਨਾ ਕਿ ਮੈਂ ਇਹ ਕਰਨੀ ਹੈ ਤਾਂ ਮੈਂ ਉਹਨੂੰ ਸੈੱਟ ਕਰਕੇ ਹੀ ਅੱਗੇ ਵਧਣਾ। ਮਤਲਬ ਮੈਨੂੰ ਇਹ ਹੁੰਦਾ ਕਿ ਨਹੀਂ ਲੇਟ ਨਹੀਂ ਕਰਨਾ, ਕਿਉਂਕਿ ਪਤਾ ਨਹੀਂ ਜ਼ਿੰਦਗੀ, ਕਿਉਂਕਿ ਜਦੋਂ ਉਹ ਟਾਈਮ ਸੀ ਜਦੋਂ ਚੱਲ ਫਿਰ ਨਹੀਂ ਸੀ ਪਾ ਰਹੀ, ਉਦੋਂ ਏਦਾਂ ਲੱਗ ਰਿਹਾ ਸੀਗਾ ਕਿ ਪਤਾ ਨਹੀਂ ਹੁਣ ਕਿੰਨੀ ਜ਼ਿੰਦਗੀ ਰਹਿ ਚੁੱਕੀ ਹੈ ਨਾ। ਬਿਮਾਰ ਜਦੋਂ ਬੰਦਾ ਹੋ ਜਾਂਦਾ ਇੱਕਦਮ ਸਡਨਲੀ, ਮੌਤ ਤੁਹਾਨੂੰ ਸਾਹਮਣੇ ਨਜ਼ਰ ਆਉਂਦੀ ਹੋਵੇ, ਤੁਸੀਂ ਚੱਲ ਫਿਰ ਨਹੀਂ ਪਾ ਰਹੇ, ਇੱਕ ਤਰੀਕੇ ਦਾ ਡਿਪਰੈਸ਼ਨ ਵੀ ਹੋ ਜਾਂਦਾ ਹੈ ਨਾ। ਤੇ ਉਹੀ ਚੀਜ਼ਾਂ ਸੀਗੀਆਂ। ਫਿਰ ਉਸ ਤੋਂ ਬਾਅਦ ਜਿਮ ਸ਼ੁਰੂ ਕਰਿਆ, ਬੋਡੀ ਸ਼ੇਪ ਚ ਆਈ। ਨਾਲ ਦੇ ਫਰੈਂਡਸ ਕੁੜੀਆਂ ਜਿਹੜੀਆਂ ਮੇਰੇ ਨਾਲ ਹੀ ਵਰਕਆਊਟ ਕਰਦੇ ਸੀ, ਮੈਨੂੰ ਦੇਖ ਕੇ ਨਾ ਉਹਨਾਂ ਨੇ ਕਹਿਣਾ ਵੀ ਯਾਰ ਤੂੰ ਕਿਵੇਂ ਕਰ ਲੈਂਦੀ ਹੈ ਇੰਨੀਆਂ ਔਖੀਆਂ ਮੂਵਮੈਂਟਸ ਨਾ। ਸਡਨਲੀ ਮੈਂ ਪਿਕ ਕਰ ਲੈਂਦੀ ਸੀਗੀ, ਜਿਵੇਂ ਹੁੰਦਾ ਨਾ ਤੁਸੀਂ ਇੱਕ ਵਾਰੀ ਮੈਨੂੰ ਕੋਈ ਚੀਜ਼ ਸਿਖਾਈ ਮੈਂ ਪਿਕ ਕਰ ਲਈ ਉਸੇ ਵੇਲੇ, ਐਵੇਂ ਹੋਇਆ। ਤੇ ਉੱਥੇ ਜਿਵੇਂ ਮੈਨੂੰ ਫਿਰ ਜੌਬ ਦੀ ਵੀ ਲੋੜ ਸੀ, ਤੇ ਜਿੱਥੇ ਮੈਂ ਕਰ ਰਹੀ ਸੀਗੀ ਵਰਕਆਊਟ, ਉਹਨਾਂ ਨੂੰ ਮੈਂ ਕਿਹਾ ਸਰ ਵੀ ਇਹ ਸਭ ਕੁਝ ਕਿਵੇਂ ਹੁੰਦਾ ਹੈ, ਮੈਨੂੰ ਦੱਸੋ ਇਹਦੇ ਬਾਰੇ ਕੁਝ। ਕਹਿੰਦੇ ਕੁੜੀ ਦੀ ਲੋੜ ਤਾਂ ਹੈਗੀ ਹੈ ਸਾਨੂੰ, ਤੁਸੀਂ ਆ ਜਾਓ ਕੱਲ ਤੋਂ। ਉਹਨਾਂ ਨੇ ਮੈਨੂੰ ਐਂ ਕਿਹਾ। ਤੇ ਕਿਉਂਕਿ ਉਹਨਾਂ ਨੇ ਦੇਖਿਆ ਨਾਲ ਦੀਆਂ ਜਿਹੜੀਆਂ ਕੁੜੀਆਂ ਮੁੰਡੇ ਸੀ ਨਾ, ਉਹ ਮੈਨੂੰ ਦੇਖਦੇ ਹੁੰਦੇ ਸੀ ਵਰਕਆਊਟ ਕਿਵੇਂ ਲਾਉਂਦੀ ਹੈ। ਹਰ ਬੰਦੇ ਦਾ ਅਲੱਗ ਇੱਕ ਐਟੀਟਿਊਡ ਹੁੰਦਾ ਹੈ ਨਾ, ਵਰਕਆਊਟ ਕਰਨ ਦਾ ਤਰੀਕਾ ਹੁੰਦਾ। ਤੇ ਫਿਰ ਉਸ ਤੋਂ ਬਾਅਦ ਮਤਲਬ ਮੈਂ ਜੁਆਇਨ ਕਰ ਲਿਆ ਉਹਨਾਂ ਕੋਲ ਜੌਬ। 7000 ਤੋਂ ਸ਼ੁਰੂ ਕਰੀ, ਕਿਉਂਕਿ ਨੌਲੇਜ ਨਹੀਂ ਸੀ ਕਿ ਇਹਦੀ ਮਤਲਬ ਕਿੰਨੀ ਜੌਬ ਤੇ ਲੱਗਦਾ ਬੰਦਾ ਹੈ ਨਾ। ਤੇ ਫਿਰ ਉਸ ਤੋਂ ਬਾਅਦ ਹੌਲੀ ਸਿੱਖਿਆ। ਮੈਨੂੰ ਪੁੱਛਦੇ ਹੁੰਦੇ ਸੀ ਵੀ ਆਹ ਵਾਲੀ ਐਕਸਰਸਾਈਜ਼ ਸ਼ੋਲਡਰ ਦੀ ਕਿਹੜੀ ਹੈ, ਨਾਮ ਦੱਸ ਮੈਨੂੰ ਇਹਦਾ। ਪ੍ਰੈਕਟਿਸ ਸ਼ੁਰੂ ਹੋਈ, 2-3 ਮਹੀਨਿਆਂ 'ਚ ਉਹ ਵੀ ਚੀਜ਼ਾਂ ਸਿੱਖ ਗਈ। ਫਿਰ ਦਿਮਾਗ 'ਚ ਆਇਆ ਇਹਦੀ ਨਾ ਕੋਈ ਮਤਲਬ ਜਿਵੇਂ ਇੱਕ ਪੇਪਰ ਹੁੰਦੇ +2 ਦੇ ਐਗਜ਼ਾਮਸ, +2 ਤੱਕ ਪਹੁੰਚਣਾ, ਕੋਈ ਡਿਪਲੋਮਾ ਕਰਨਾ ਮੈਕੈਨੀਕਲ ਜਾਂ ਕੁਝ ਵੀ ਹੈ ਨਾ, ਉਹਦੇ ਬਾਰੇ ਕੋਰਸ ਹੁੰਦਾ ਵਿੱਚ ਮੈਂ ਕੁਝ ਹਾਸਲ ਕਰਾਂ, ਵੀ ਉਹਦੇ 'ਚ ਕੋਰਸ ਹੁੰਦਾ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਨੂੰ ਉਹਨਾਂ ਨੇ ਤਾਂ ਕੁਝ ਦੱਸਿਆ ਨਹੀਂ। ਮੈਂ ਨੈਟ ਤੋਂ ਸਰਚ ਕਰਿਆ, ਮੈਂ ਕਿਹਾ ਵੀ ਇਹਦਾ ਕੋਈ ਕੋਰਸ। ਉੱਥੇ ਪੀਟੀ ਦਾ ਕੋਰਸ ਮਤਲਬ ਮੇਰੇ ਸਾਹਮਣੇ ਆਇਆ। ਮੈਂ ਚੰਡੀਗੜ੍ਹ ਤੋਂ ਪੀਟੀ ਦਾ ਕੋਰਸ ਕਰਿਆ, ਉੱਥੋਂ ਵੀ ਮੈਨੂੰ ਬੜੀ ਹੈਲਪ ਮਿਲੀ। ਚੰਡੀਗੜ੍ਹ ਵਾਲੇ ਲੁਧਿਆਣੇ ਹੀ ਆ ਗਏ, PCT ਮਾਡਲ ਟਾਊਨ, ਉਹਨਾਂ ਦਾ ਫਸਟ ਬੈਚ ਮੈਂ ਜੁਆਇਨ ਕਰਿਆ। 13 ਮੁੰਡੇ ਸੀਗੇ ਤੇ 14ਵੀਂ ਮੈਂ ਕੁੜੀ ਸੀ। ਹਾਂਜੀ, ਕੱਲੀ ਕੁੜੀ। ਤੇ ਡਿਫਰੈਂਟ ਹਰ ਚੀਜ਼ 'ਚ ਮੈਨੂੰ ਏਦਾਂ ਸੀਗਾ ਕਿ ਕੋਈ ਗੱਲ ਨਹੀਂ ਯਾਰ, ਮੁੰਡੇ ਨੇ ਨਾ, ਖਾ ਤਾਂ ਨਹੀਂ ਜਾਣਗੇ। ਇਹ ਮੈਂ ਇੱਥੇ ਗੱਲ ਕਰੂੰਗਾ, ਤੁਸੀਂ ਜਿਮ ਪਹਿਲਾਂ ਸਿੱਖੀ ਵੀ ਹਨਾ, ਬੋਡੀ ਬਿਲਡਿੰਗ, ਹੋਰ ਵੀ ਸਪੋਰਟਸ 'ਚ ਗਏ, ਮਤਲਬ ਕਰੀਅਰ ਸਾਰਾ ਅਜਿਹਾ ਰਿਹਾ ਕਿ ਬਹੁਤ ਸਾਰੇ ਮੁੰਡਿਆਂ ਦੇ ਵਿੱਚ ਮੈਂ ਇਕੱਲੀ ਕੁੜੀ ਹੁੰਦੀ ਸੀ। ਬਹੁਤ ਸਾਰੇ ਕਈ ਵਾਰ ਗੱਲਾਂ ਹੁੰਦੀਆਂ ਨੇ ਕਿ ਕਿਸੇ ਤਰੀਕੇ ਦੀ ਛੇੜਛਾੜ, ਸ਼ੋਸ਼ਣ ਜਾਂ ਬਦਸਲੂਕੀ, ਬਦਤਮੀਜ਼ੀ ਦੀ, ਕਦੀ ਕੁਝ ਹੋਇਆ ਅਜਿਹਾ? ਸਰ ਹਰ ਫੀਲਡ 'ਚ ਨਾ ਕੁੜੀਆਂ ਦਾ ਸ਼ੋਸ਼ਣ ਹੁੰਦਾ ਹੈ। ਉਹਨਾਂ ਨੂੰ ਐਟੀਟਿਊਡ, ਇੱਕ ਮੈਨ ਈਗੋ, ਔਰ ਇਹ ਕਿਵੇਂ ਅੱਗੇ ਆ ਗਈ। ਔਰ ਜਿਮ ਟ੍ਰੇਨਰ ਇੱਕ ਲੜਕੀ, ਜਿਮ 'ਚ ਅਗਰ ਰੂਟੀਨ 'ਚ 200 ਬੰਦਾ ਆ ਰਿਹਾ, ਮੁੰਡੇ ਜ਼ਿਆਦਾ ਆ ਰਹੇ, ਤਾਂ ਤੁਸੀਂ ਦੇਖਿਆ ਹੋਣਾ ਮੁੰਡੇ ਦੀ ਰੇਸ਼ੋ ਵੱਧ ਹੈ, ਕੁੜੀਆਂ ਦੀ ਰੇਸ਼ੋ ਜਿਮ 'ਚ ਬਹੁਤ ਘੱਟ ਹੈ। ਲੇਡੀਜ਼ ਦੀ ਬਹੁਤ ਘੱਟ ਹੈ ਨਾ, ਮਦਰਸ ਦੀ ਬਹੁਤ ਘੱਟ ਹੈ, ਸਿਸਟਰਸ ਦੀ ਬਹੁਤ ਘੱਟ ਹੈ। ਮਤਲਬ ਕੁੱਲ ਮਿਲਾ ਕੇ ਲਗਾ ਲਓ ਕਿ ਕੁੜੀਆਂ ਦੀ ਹੀ ਰੇਸ਼ੋ, ਜਿੱਥੇ 200 ਮੁੰਡਾ ਆ ਰਿਹਾ ਉੱਥੇ 50 ਕੁੜੀਆਂ ਆ ਰਹੀਆਂ ਹੋਣਗੀਆਂ। ਤੇ ਮੈਂ ਇੱਕ ਇਕੱਲੀ ਟ੍ਰੇਨਰ ਹੁੰਦੀ ਸੀਗੀ। ਔਰ ਮੈਂ ਜਦੋਂ ਪੁੱਛਣਾ ਕਿ ਸਰ ਤੁਹਾਨੂੰ ਹੈਲਪ ਦੀ ਲੋੜ ਹੈ, ਮੈਨੂੰ ਅੱਗੋਂ ਐਟੀਟਿਊਡ ਹੁੰਦਾ ਸੀ ਮੁੰਡਿਆਂ ਦਾ, ਇੱਕ ਮੈਨ ਈਗੋ ਵੀ, ਮੈਂ ਤੋਂ ਕਿਉਂ ਹੈਲਪ, ਤੂੰ ਹੁਣ ਮੈਨੂੰ ਦੇਂਗੇ ਹੈਲਪ। ਮਤਲਬ ਕਈ ਬੋਲ ਵੀ ਜਾਂਦੇ ਸੀਗੇ, ਅੱਛਾ ਬਸ ਸੌਰੀ ਮੈਮ, ਕੋਈ ਗੱਲ ਨਹੀਂ, ਐਦਾਂ ਮੈਂ ਸਾਈਡ ਤੇ ਜਾ ਕੇ ਚੁੱਪ ਕਰਕੇ ਹੱਥ ਪਿੱਛੇ ਕਰਕੇ ਖੜੇ ਹੋ ਜਾਣਾ। ਇਹ ਐਟੀਟਿਊਡ ਸਰ ਮੈਂ ਤਕਰੀਬਨ 3-4 ਸਾਲ ਤੱਕ ਚੱਲਿਆ ਇਹ ਐਟੀਟਿਊਡ। ਫਿਰ ਮੈਂ ਸੋਚਿਆ ਵੀ ਕਿਉਂਕਿ ਪੈਸੇ ਕਮਾਉਣ ਦਾ ਜਨੂਨ ਹੁੰਦਾ ਨਾ, ਆਪਾਂ ਜਿਸ ਫੀਲਡ 'ਚ ਆ ਗਏ ਆਪਾਂ ਨੂੰ ਹੁੰਦਾ ਕਿ ਯਾਰ ਇਸ ਤੋਂ ਅੱਗੇ ਕੀ ਹੈ, ਹੁਣ ਇਸ ਤੋਂ ਅੱਗੇ ਕੀ। ਪੀਟੀ ਕੀ ਹੁੰਦੀ ਹੈ, ਪਰਸਨਲ ਟ੍ਰੇਨਿੰਗ ਕੀ ਹੁੰਦੀ ਹੈ। ਇੱਕ ਤਾਂ ਹੁੰਦੀ ਜੌਬ ਜਨਰਲ ਟ੍ਰੇਨਰ ਦੀ, ਜਿਸ 'ਚ 12000 ਰੁਪਏ, ਚਲੋ ਉਹਨਾਂ ਨੇ ਸਾਡਾ ਮੁੱਲ ਪਾਤਾ ਵੀ 12000 ਰੁਪਏ 'ਚ ਤੁਸੀਂ ਸਾਰਾ ਦਿਨ ਸਾਡੇ ਕੋਲ 9 ਘੰਟੇ ਕੰਮ ਕਰਨਾ ਹੈ। ਇਹ ਵੀ ਮੁੱਲ ਬਹੁਤ ਘੱਟ ਆ, ਇਹ ਵੀ ਸ਼ੋਸ਼ਣ ਇੱਕ ਤਰੀਕੇ ਦਾ। ਬਿਲਕੁਲ, ਕਿਉਂਕਿ ਨਾ ਸਰ ਸਾਰਾ ਦਿਨ 9 ਘੰਟੇ ਖੜੇ ਰਹਿਣਾ ਏਦਾਂ ਹੱਥ ਪਿੱਛੇ ਕਰਕੇ, ਹੈਲਪ ਵੀ ਦੇਣੀ। 40 ਕਿਲੋ ਦਾ ਡੰਬਲ ਹੈ, 35 ਕਿਲੋ, ਮੈਂ ਹਰ ਡੰਬਲ ਨੂੰ ਹੈਲਪ ਕਰਦੀ ਸੀ।
ਕਿਉਂਕਿ ਕੁੜੀਆਂ ਹੁੰਦੀਆਂ ਕਿ ਟ੍ਰੇਨਰ ਕੁੜੀਆਂ ਵੀ 20 ਕਿਲੋ ਦਾ ਡੰਬਲ ਹੀ ਚੱਕ ਪਾਣਗੀਆਂ, ਪਰ ਜੇ 40 ਕਿਲੋ ਵਾਲਾ ਵੀ ਅਗਲੇ ਨੇ ਚੱਕ ਲਿਆ ਨਾ, ਮੈਂ ਹੈਲਪ ਕਰਦੀ ਸੀ ਕਿ ਕੋਈ ਗੱਲ ਨਹੀਂ, ਮੇਰਾ ਮੋਢਾ ਟੁੱਟ ਜਾ, ਮੇਰੀ ਜੌਬ ਹੈ ਕਿ ਮੈਂ ਕਰਨਾ ਹੈ। ਅਗਲੇ ਨੂੰ ਲੱਗਦਾ ਸੀ ਕਿ ਨਹੀਂ ਇਹਦੇ ਵਿੱਚ ਜ਼ੋਰ ਨਹੀਂ ਹੈ, ਇਹ ਨਹੀਂ ਕਰ ਪਾਊਗੀ, ਪਰ ਮੈਂ ਹੈਲਪ ਦਿੰਦੀ ਸੀ। ਮੈਨੂੰ ਹੁੰਦਾ ਸੀਗਾ ਕਿ ਨਹੀਂ ਮੈਂ ਕਰਨਾ ਹੈ, ਤੇ ਇਹ ਮੇਰੀ ਜੌਬ ਹੈ ਨਾ, ਮੈਂ ਕਰਨੀ ਹੈ ਉਸ ਤਰੀਕੇ ਨਾਲ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਨਾ ਮੇਰਾ ਜਿਵੇਂ ਮੈਨੂੰ ਹੁੰਦਾ ਸੀਗਾ ਕਿ ਯਾਰ ਇਕੱਲੀ ਇੱਥੇ ਤੱਕ ਨਹੀਂ, ਅੱਗੇ ਪਰਸਨਲ ਟ੍ਰੇਨਿੰਗ ਵੀ ਮੈਂ 9 ਘੰਟੇ ਕੰਮ ਵੀ ਕਰਾਂ, ਉਸ ਤੋਂ ਬਾਅਦ ਮੈਂ ਇਹਨੂੰ ਯੂਟਿਲਾਈਜ਼ ਕਿਵੇਂ ਕਰਾਂ ਹੋਰ ਪੈਸੇ ਵਧਾਉਣ ਚ, ਕਿ 1 ਘੰਟਾ ਅਗਰ ਟ੍ਰੇਨਿੰਗ ਕਰਾ ਰਹੇ ਆ ਤੇ ਮੈਂ ਪੂਰਾ 30 ਦਿਨ ਕੰਮ ਕਰਕੇ, 25 ਦਿਨ ਲਗਾ ਲਓ ਚਲੋ, ਕੰਮ ਕਰਕੇ ਮੈਂ 12,000 ਰੁਪਏ ਲੈ ਰਹੀ ਹਾਂ, ਤੇ ਮੈਂ 1 ਘੰਟੇ ਚ ਕੰਮ ਕਰਕੇ ਇੰਨੇ ਪੈਸੇ ਕਿਉਂ ਨਹੀਂ ਕਮਾ ਸਕਦੀ ਜੀ। ਮੈਂ ਮੇਰੇ ਦਿਮਾਗ 'ਚ ਹਾਂ ਪਰਸਨਲ ਟ੍ਰੇਨਿੰਗ ਦਵਾ, ਉਹਦਾ ਕੋਰਸ ਕਰਿਆ, ਪੀਟੀਸ ਸ਼ੁਰੂ ਕਰੀਆਂ, ਮੈਨੂੰ ਬੜਾ ਅੱਛਾ ਰਿਸਪੌਂਸ ਆਇਆ, ਕਿਉਂਕਿ ਸਰਟੀਫਾਈਡ ਹੋਣ ਦੇ ਨਾਲ ਬੰਦੇ ਨੂੰ ਨਾ ਥੋੜਾ ਜਿਹਾ ਹੋ ਜਾਂਦਾ ਕਲਾਇੰਟ ਨੂੰ ਕਿ ਇਹਨੇ ਕੁਝ ਕਰਿਆ ਹੋਇਆ ਹੈ ਨਾ। ਤੇ ਜਦੋਂ ਤੁਸੀਂ ਪਰਸਨਲ ਟ੍ਰੇਨਿੰਗ 'ਚ ਪੈ ਗਏ, ਹਾਂਜੀ, ਆਮਦਨ ਵੱਧ ਵੀ ਗਈ ਹੋਊਗੀ। ਹਾਂਜੀ ਹਾਂਜੀ ਬਿਲਕੁਲ 10-12 ਸੀ, ਮੰਨ ਲਓ 30-40 ਤੱਕ ਪਹੁੰਚੀ। ਤੇ ਉਦੋਂ ਬਾਅਦ ਫਿਰ ਇਹਦਾ ਹੀਲਾ ਕਿਵੇਂ ਬਣਿਆ ਕਿ ਮੈਂ ਹੁਣ ਆਪਣਾ ਸਰ ਉਹੀ ਮੈਂ ਦੱਸਦੀ ਆ, ਦੀਪਿਕਾਸ ਕੈਫੇ ਕਿਵੇਂ ਹੋਂਦ ਚ ਆਇਆ? ਕੈਫੇ ਸਰ ਲੋਕਡਾਊਨ ਲੱਗ ਗਿਆ, ਜਿਮ ਸਭ ਤੋਂ ਪਹਿਲਾਂ ਬੰਦ ਹੋਏ, ਉਦੋਂ ਮੈਂ ਬਾਡੀ ਬਿਲਡਿੰਗ ਕਰ ਰਹੀ ਸੀ, ਮੇਰੀ ਕੰਪੀਟੀਸ਼ਨ ਦੀ ਤਿਆਰੀ ਚੱਲ ਰਹੀ ਸੀ, ਮੈਂ ਪੈਸੇ ਕਮਾ ਚੁੱਕੀ ਸੀ ਤੇ ਮੈਂ ਆਪਣੀ ਬਾਡੀ ਤੇ ਲਗਾਣੇ ਸੀ। ਔਰ ਲੋਕਡਾਊਨ ਚ ਸਰ ਮੈਂ ਸੱਚੀ ਗੱਲ ਕਹਾਂ, ਪੀਟੀਸ ਬਹੁਤ ਮਿਲੀਆਂ ਮੈਨੂੰ, ਪਰ ਜਦੋਂ ਲੋਕਡਾਊਨ ਲੋਕ ਘਰਾਂ 'ਚ ਬੰਦ ਸੀਗੇ, ਪੀਟੀਸ ਮਿਲੀਆਂ ਮੈਨੂੰ, ਕਮਾਇਆ ਪੈਸਾ, ਉਹ ਆਪਣੀ ਬਾਡੀ ਤੇ ਲਾ ਲਿਆ। ਫਿਰ ਜਦੋਂ ਓਪਨ ਹੋਏ ਜਿਮ, ਸਰ ਜਿਮ 'ਚ ਬੰਦਾ ਹੀ ਕੋਈ ਨਹੀਂ, ਕਿਉਂਕਿ ਲੋਕ ਡਰ ਗਏ, ਲੋਕਾਂ ਨੇ ਆਣਾ ਬੰਦ ਕਰਤਾ। ਜਿਮ ਸਰ ਉਸ ਤੋਂ ਬਾਅਦ ਡੁੱਬੇ ਨੇ, ਉਹ ਹਜੇ ਤੱਕ ਇੰਡਸਟਰੀ ਸਟੈਂਡ ਨਹੀਂ ਹੋਈ। ਬੰਦ ਵੀ ਬਹੁਤ ਰਹੇ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਸਾਰ ਨਾਲ ਪਹਿਲਾਂ ਬੰਦ ਹੋ ਗਏ, ਖੁੱਲੇ ਸਾਰ ਨਾਲ ਬਾਅਦ। ਹਾਂਜੀ ਹਾਂਜੀ, ਉਹ ਲਾਸ ਬਹੁਤ ਹੋਇਆ ਸਰ। ਇੱਕ ਦੇਖੋ ਪੀਟੀ ਲੈਣ ਵਾਲਾ ਬੰਦਾ ਵੀ ਅਗਲਾ ਚਾਹੁੰਦਾ ਵੀ 3 ਮਹੀਨੇ 'ਚ ਟਰਾਂਸਫਰਮੇਸ਼ਨ ਸਾਨੂੰ ਕਰਕੇ ਦੇ ਦੇਵੇ, ਹੈ ਨਾ ਜੀ ਜੀ, 6 ਮਹੀਨੇ 'ਚ ਕਰ ਦੇਵੇ, ਸਾਲ 'ਚ ਕੋਈ ਸਾਲ ਪੀਟੀ ਲੈ ਲੂਗਾ, 2 ਸਾਲ ਪੀਟੀ ਨਹੀਂ ਲਊਗਾ ਸਰ, ਕਿਉਂਕਿ ਮਹੀਨੇ ਦਾ 10,000 ਰੁਪਏ ਕੱਢਣਾ ਤਗੜੇ ਤੋਂ ਵੀ ਤਗੜੇ ਬੰਦੇ ਦੇ ਹਵਾਸ 'ਚ ਨਹੀਂ ਹੈਗਾ। ਔਰ ਇੰਨੀ ਉੱਪਰੋਂ ਬਾਡੀ ਬਿਲਡਿੰਗ, ਮਹੀਨੇ ਦਾ 30,000 ਦਾ ਤਾਂ ਸਰ ਡਾਈਟ ਦਾ ਖਰਚਾ ਹੁੰਦਾ, ਡਾਈਟ ਵੀ ਆ, ਹੋਰ 100 ਚੀਜ਼ਾਂ, ਫਿਰ ਜਿਮ ਵੀ ਜਾਣਾ, ਫਿਰ ਕੱਪੜੇ ਵੀ ਲੈਣੇ, ਸ਼ੂਜ਼ ਵੀ ਚਾਹੀਦੇ ਆ, ਫਿਰ ਸਪਲੀਮੈਂਟ ਵੀ ਚਾਹੀਦੇ ਆ, ਹੈ ਨਾ। ਖਰਚਾ ਸਰ ਮਹੀਨੇ ਦਾ ਤਕਰੀਬਨ 60 ਤੋਂ 70,000 ਰੁਪਏ ਆਉਂਦਾ, ਜਿੰਨੇ ਬਾਡੀ ਬਿਲਡਿੰਗ ਕਰਨੀ ਆ ਉਹਨੇ। ਮਤਲਬ ਇਹ ਮੰਨ ਕੇ ਚਲੋ ਇੱਕ ਵਾਰ ਦੇ ਵਿੱਚ 4-5 ਲੱਖ ਦੇ ਵਿੱਚ ਬੰਦਾ ਤਿਆਰ ਹੁੰਦਾ। ਜੇ ਉਹ ਸੋਚ ਲਵੇ ਨਾ 30,000 ਰੁਪਇਆ ਖਰਚ ਕਰਕੇ ਮੈਂ ਕੱਲੀ ਡਾਈਟ ਹੀ ਖਾ ਕੇ ਜਾਂ ਮੈਂ ਕੱਲੀ ਐਕਸਰਸਾਈਜ਼ ਹੀ ਕਰਕੇ ਬਾਡੀ ਬਣਾ ਲਾ, ਨਹੀਂ ਪੋਸੀਬਲ। ਉਹ ਜਿਹੜਾ ਕਰਜ਼ਾ ਸੀ ਨਾ, ਉਹ ਮੇਰੇ ਸਿਰ ਤੇ ਆ ਚੁੱਕਾ ਸੀਗਾ, ਤੇ ਉਧਰੋਂ ਜਿਮ ਖੁੱਲ ਗਏ, ਪੀਟੀਆਂ ਵੀ ਬੰਦ ਹੋ ਗਈਆਂ। ਦਿਮਾਗ 'ਚ ਇਹੀ ਸੀਗਾ, ਸ਼ੁਰੂ ਤੋਂ ਇੱਕ ਬਾਡੀ ਬਿਲਡਰ ਦਾ ਸੁਪਨਾ ਹੁੰਦਾ ਵੀ ਮੈਂ ਜਿਮ ਖੋਲਾਂ, ਹੈ ਨਾ। ਤੇ ਜਿਮ ਲਈ ਫਿਰ ਤੁਹਾਨੂੰ ਪਤਾ ਅੱਜ ਕੱਲ ਤਕਰੀਬਨ ਲੋਨ ਤੇ ਹੀ ਜਿਮ ਖੁੱਲਦੇ ਆ, ਕੋਈ ਬੰਦਾ ਇੰਨੀ ਵੱਡੀ ਇਨਵੈਸਟਮੈਂਟ ਆਪਣੇ ਪੱਲਿਓਂ ਕੈਸ਼ ਲਾ ਕੇ ਨਹੀਂ ਕਰਦਾ, ਹੈ ਨਾ। ਇੰਨੀ ਕਿ ਤਾਂ ਸਭ ਨੂੰ ਨੌਲੇਜ ਹੈ ਨਾ ਵੀ 50 ਲੱਖ 'ਚ ਜਿਮ ਖੋਲਿਆ ਤੇ ਉਹਨੇ 40 ਲੱਖ ਹੀ ਲਾਇਆ ਹੋਊਗਾ, 10 ਲੱਖ ਹੀ ਡਾਊਨ ਪੇਮੈਂਟ ਦਿੱਤੀ ਹੋਊਗੀ, ਹੈ ਨਾ। ਤੇ ਮੈਂ ਇੰਨੀ ਨਹੀਂ ਅਫੋਰਡ ਕਰ ਸਕਦੀ ਸੀਗੀ, ਮਿਡਲ ਕਲਾਸ ਫੈਮਿਲੀ ਤੋਂ ਆ, ਤਾਜ਼ਾ ਖਾਣਾ ਤੇ ਤਾਜ਼ਾ ਹੀ ਕਮਾਉਣਾ, ਹੈ ਨਾ ਸਰ। ਤੇ ਫਿਰ ਉਸ ਤੋਂ ਬਾਅਦ ਡ੍ਰੌਪ ਕਰਤਾ ਇਹ ਆਈਡੀਆ, ਨਹੀਂ 20 ਲੱਖ ਦੇ ਥੱਲੇ ਵੀ ਨਹੀਂ ਆਉਣਾ, ਛੱਡੋ ਜਿਮ ਡਾਈਟ ਦਾ ਕਰਦੇ ਆ। ਫਿਰ ਤੁਸੀਂ ਹੁਣ ਮਤਲਬ ਜਿਹੇ ਜੇ ਆਪ ਖਾਣੇ ਹੋ ਫਿਟਨੈਸ ਫੂਡ ਉਹ ਜਿਹਾ ਖਵਾਉਂਦਾ, ਦੋਨੋਂ ਬੋਥ। ਚੀਟ ਮੀਲਸ ਵੀ ਹੈ, ਜਿਵੇਂ ਮੈਨੂੰ ਕਸਟਮਰ ਦੀ ਡਿਮਾਂਡ ਤੇ ਵੀ ਮੈਡਮ, ਕਿਉਂਕਿ ਨਾ ਜਿਮ ਵਾਲੇ ਵੀ ਨਾ, ਵਧੀਆ ਗੱਲ ਕੀਤੀ ਤੁਸੀਂ, ਉਹਨਾਂ ਨੇ ਬੜੀ ਇਮਾਨਦਾਰੀ ਨਾਲ ਕਿਹਾ ਕਿ ਚੀਟ ਮੀਲਸ ਵੀ ਅਸੀਂ ਦਿਆਂਗੇ, ਜਿਹੜੇ ਜਿੱਦੇ ਚਸਕੇ ਵਾਲੇ ਆ ਜਿਹੜੇ। ਪਤਾ ਕਿਉਂ, ਦੇਖੋ ਉਹ ਮੇਰਾ ਕੰਮ ਅਲੱਗ ਹੈ, ਜੇ ਤੁਸੀਂ ਫਿਟਨੈਸ ਦੀ ਗੱਲ ਕਰੋਗੇ ਮੈਂ ਤੁਹਾਨੂੰ ਉਹਦੇ ਬਾਰੇ ਦੱਸੂਗੀ, ਇਹ ਮੇਰਾ ਕੰਮ ਅਲੱਗ ਹੈ, ਠੀਕ ਹੈ ਨਾ। ਇਹ ਦੋਨੋਂ ਅਸੀਂ ਕੰਬਾਈਨ ਨਹੀਂ ਕਰ ਸਕਦੇ, ਬਿਕੋਜ਼ ਆਫ ਤੁਸੀਂ ਇਹ ਛੱਡ ਦਿਓ 2% 3% ਲੋਕ ਨੇ ਜਿਹੜੇ ਬਾਡੀ ਬਿਲਡਿੰਗ ਕਰਦੇ ਨੇ, ਉਹ ਚੀਟ ਮੀਲਸ ਨਹੀਂ ਖਾਂਦੇ, ਉਹ ਵੀ ਹਫਤੇ 'ਚ 1 ਦਿਨ ਰੱਖਦੇ ਆ, ਖਾਂਦੇ ਹੀ ਆ ਜੀ, 버ਗਰ ਪੀਜ਼ਾ ਖਾਂਦੇ ਆ ਨਾ। ਪਰ ਜਿਹੜੇ ਰੂਟੀਨ ਫਿਟਨੈਸ ਵਾਲੇ ਆ ਨਾ ਸਰ, ਉਹ ਜਿਮ ਤੋਂ ਬਾਅਦ 버ਗਰ ਹੀ ਖਾਂਦੇ ਆ। ਤੁਸੀਂ ਜਿੰਨੇ ਜਿਮ ਦੇਖ ਲਓ, ਉਹਨਾਂ ਦੇ ਨੀਚੇ 버ਗਰ ਕਿੰਗ ਜੀ ਸਾਰੇ ਹੁੰਦੇ ਆ, ਹਾਂ ਠੀਕ ਹੈ, ਨੇੜੇ ਸਾਰੇ ਜਿੰਨੇ ਠੇਕਾ ਸਾਹਮਣੇ ਹੋਊਗਾ ਜੀ, ਉਹਨਾਂ ਜਿਮ ਦੇ ਸਾਹਮਣੇ ਲੋੜ ਪੈ ਜਾਂਦੀ ਹੈ। ਸਰ ਇਹ ਫੈਕਟ ਹੈ, ਲੋਕ ਇਸ ਗੱਲ ਤੋਂ ਕੋਈ ਲੁਕਿਆ ਨਹੀਂ ਹੋਇਆ, ਲੋਕ ਭਾਵੇਂ ਚੋਰੀ ਪੀਣ, ਜੋ ਮਰਜ਼ੀ ਚੋਰੀ ਖਾਣ, ਪਰ ਇਹ ਫੈਕਟ ਹੈ ਲੋਕ ਜਿਮ ਤੋਂ, ਅਗਲਾ ਕਹਿੰਦਾ ਵਰਕ, ਸਰ ਠੀਕ ਵੀ ਹੈ ਕਿਤੇ ਨਾ ਕਿਤੇ, ਕਿ ਫਿਟਨੈਸ ਆਪਣੀ ਜਗ੍ਹਾ, ਲਾਈਫ ਤਾਂ ਇੱਕੋ ਹੀ ਮਿਲੀ ਹੈ ਨਾ। ਜੀ ਜੀ ਜੀ, ਹੁਣ ਮੈਂ 3 ਸਾਲ 4 ਸਾਲ ਬਾਡੀ ਬਿਲਡਿੰਗ ਕਰੀ, ਡਾਈਟ ਖਾਧੀ, ਹੁਣ ਤਾਂ ਮੈਨੂੰ ਚਿਕਨ ਤੋਂ ਇਦਾਂ ਲੱਗਦਾ ਵੀ ਹੁਣ ਬਸ ਇੱਕ ਟਾਈਮ ਦਾ ਚਿਕਨ ਖਾ ਲਿਆ ਨਾ ਬਹੁਤ ਹੈ। ਉਦੋਂ ਮੈਂ 6 ਟਾਈਮ ਚਿਕਨ ਖਾਂਦੀ ਹੁੰਦੀ ਸੀ। ਅੱਜ ਦੀ ਮੌਜੂਦਾ ਡੇਟ ਦੇ ਵਿੱਚ ਕਿੰਨੇ ਘੰਟੇ ਜਿਮ ਲਾਉਂਦੇ ਹੋ ਤੁਸੀਂ, ਜਾਂ ਕਿੰਨੇ ਘੰਟੇ ਮੌਜੂਦਾ ਡੇਟ 'ਚ ਸਰ ਉਹੀ ਹੈ ਵੀ ਪਹਿਲਾਂ 4-4 5-5 ਘੰਟੇ ਨਹੀਂ ਸੀ ਨਿਕਲਦੇ ਹੁੰਦੇ ਜਿਮ ਤੋਂ ਜੀ, ਤੇ ਹੁਣ ਫਿਟਨੈਸ ਮੇਨਟੇਨ ਰੱਖਦੇ, ਹਾਂ ਮੇਨਟੇਨ ਰੱਖਦੇ ਆ, ਫਿਟਨੈਸ ਕਰ ਰਹੇ ਆ ਸਰ। ਸਭ ਤੋਂ ਵੱਡੀ ਗੱਲ ਹੈ ਨਾ ਅੱਜ ਦੀ ਡੇਟ 'ਚ, ਤੇ ਤੁਹਾਡੇ ਕੋਲ ਪੈਸਾ ਹੈਗਾ ਨਾ, ਤੁਸੀਂ ਬਾਡੀ ਬਿਲਡਿੰਗ ਵੀ ਤਾਂ ਹੀ ਕਰ ਸਕਦੇ ਹੋ, ਤੁਸੀਂ ਬਿਜ਼ਨਸ ਵੀ ਤਾਂ ਹੀ ਕਰ ਸਕਦੇ ਹੋ। ਮੈਂ ਤਾਂ ਇਹ ਸੋਚਦੀ ਹੁੰਨੀ ਆ ਸਮਟਾਈਮਸ ਕਿ ਜੇ ਤੁਹਾਡੇ ਕੋਲ ਕੰਮ ਨਹੀਂ ਨਾ ਹੈਗਾ ਤਾਂ ਤੁਸੀਂ
ਆਪਣੇ ਘਰਦਿਆਂ ਨੂੰ ਨਹੀਂ ਖਾ ਸਕਦੇ, ਕਿੰਨਾ ਕੁ ਟਾਈਮ ਖਾ ਲੋਗੇ ਨਾ। ਬਿਲਕੁਲ ਜੀ, ਬਿਲਕੁਲ। ਕੰਮ ਬਹੁਤ ਜ਼ਰੂਰੀ ਸਭ ਹੈ, ਆਪਾਂ ਨੂੰ ਸਾਥ ਦੇਣਾ ਚਾਹੀਦਾ, ਬਿਲਕੁਲ ਬਿਲਕੁਲ ਕੁੜੀਆਂ ਨੂੰ ਖਾਸ ਕਰਕੇ। ਬਿਲਕੁਲ ਬਿਲਕੁਲ। ਤੇ ਇਹ ਇੱਕ ਵਾਰੀ ਦੱਸ ਦਿਓ ਵੀ ਕੀ ਕੀ ਵੈਸੇ ਤਾਂ ਇੱਥੇ ਮੈਨੂ ਤੁਹਾਡਾ ਹੈਗਾ ਹੀ ਹਾਂਜੀ, ਹੈ ਸਾਰਾ, ਹਾਂਜੀ। ਪਰ ਦੋ ਕੁ ਸਪੈਸ਼ਲਿਟੀਆਂ ਦੱਸ ਦਿਓ ਕਿ ਜਿਹੜੀਆਂ। सर मेरा चिकन स्टीम कबाब बहुत मशहूर जी। है, मटन भी बहुत मशहूर है, और चिकन बर्गर मेरा बहुत मशहूर है, चिकन सैंडविच है, मतलब कि हेल्दी भी है, और आप कह लिए भी चलो थोड़ा जिहा चटपटा भी हो जाता कि जी। हाँ ठीक है। ਇਹ ਮੇਰੀਆਂ 4-5 ਆਈਟਮਸ ਬਹੁਤ ਜ਼ਿਆਦਾ ਮਤਲਬ ਸੇਲਸ ਨੇ, ਜੀ। ਤੇ ਉਹੀ ਲਾਈਆਂ ਨੇ, ਫਿਰ ਅੱਗੇ ਦੇ ਅੱਗੇ ਕੰਮ ਵਧਾਵਾਂਗੇ ਹੌਲੀ ਹੌਲੀ। ਜੀ ਬਿਲਕੁਲ ਬਿਲਕੁਲ ਬਿਲਕੁਲ। ਤੇ ਜਿਹੜੀਆਂ ਧੀਆਂ ਭੈਣਾਂ ਜਿਹੜੀਆਂ ਕੁੜੀਆਂ ਦੇਖ ਰਹੀਆਂ ਨੇ, ਮੈਂ ਬਹੁਤ ਸਾਰੀਆਂ ਗੱਲਾਂ ਸ਼ੁਰੂ 'ਚ ਦੱਸੀਆਂ ਸੀ ਤੇ ਸਾਰੀ ਗੱਲਬਾਤ ਵੀ ਕੀਤੀ ਆ, ਵਿਚਾਰ ਤੁਸੀਂ ਵੀ ਕਮੈਂਟ ਬਾਕਸ 'ਚ ਦੇਣੇ ਨੇ, ਕੋਈ ਸੁਨੇਹਾ ਦੇਣਾ ਚਾਹੋ ਖਾਸ ਤੌਰ ਤੇ ਕੁੜੀਆਂ ਨੂੰ ਜਿਨ੍ਹਾਂ ਨੇ ਤੁਹਾਡੇ ਵਾਂਗੂ ਸੰਘਰਸ਼ ਤੱਕਿਆ ਬਿਲਕੁਲ। ਵੇਖਿਆ। ਮੈਂ ਤਾਂ ਬਸ ਇਹੀ ਕਹੂੰਗੀ ਕਿ ਲੋਕਾਂ ਨੇ ਬੋਲਦੇ ਰਹਿਣਾ, ਮੈਂ ਇੱਥੇ ਖੜੀ ਆ ਨਾ, ਮੈਨੂੰ ਲੋਕ ਕਹਿੰਦੇ ਆ ਕਿ ਤੁਸੀਂ ਜਿਮ ਲਾਉਂਦੇ ਹੋ, ਲੋਕਾਂ ਨੂੰ ਚੀਟ ਮਿਲ ਖਵਾਉਂਦੇ ਹੋ, ਵੀ ਕੰਮ ਦੇਖੋ ਸਭ ਤੋਂ ਵੱਡੀ ਗੱਲ ਹੈ ਕੰਮ। ਸਾਨੂੰ ਕੰਮ 'ਚ ਸੰਗਣਾ ਨਹੀਂ ਚਾਹੀਦਾ, ਠੀਕ ਹੈ। ਸਾਨੂੰ ਅਸੀਂ ਮਿਹਨਤ ਕਰ ਰਹੇ, ਕੋਈ ਚੋਰੀ ਨਹੀਂ ਕਰ ਰਹੇ। ਚੋਰੀ ਉਹ ਹੈ ਜਿਹੜੀ ਲੁੱਕ ਕੇ ਕੀਤੀ ਜਾਂਦੀ ਹੈ। ਮੈਂ ਤੇ ਸ਼ਰੇਆਮ ਖੜੀ ਆ, ਔਰ ਇੱਕ ਕੁੜੀ ਹੋਣ ਦੇ ਨਾਤੇ ਮੈਂ ਇਹ ਸੋਚਦੀ ਆ ਕਿ ਕੁਝ ਵੀ ਫਰਕ ਨਹੀਂ ਹੈ। ਮੈਂ ਰਾਤੀ 11 ਵਜੇ ਵੀ ਇੱਥੋਂ ਜਾਂਦੀ ਆ, ਲੋਕ ਜੱਜ ਕਰੀ ਜਾਣ, ਲੋਕਾਂ ਦਾ ਕੰਮ ਹੈ ਭੌਂਕਣਾ। ਲੋਕਾਂ ਨੇ ਰੱਬ ਨੂੰ ਨਹੀਂ ਛੱਡਿਆ ਹੈ ਨਾ, ਉਹ ਰੱਬ ਨੂੰ ਵੀ ਨਹੀਂ ਛੱਡਿਆ ਉਹਨਾਂ ਨੇ, ਨਾ ਉਹਨਾਂ ਨੇ ਛੱਡਣਾ। ਉਹਨਾਂ ਨੇ ਫਾਦਰ ਸਾਹਿਬ ਕੀ ਕੰਮ ਕਰਦੇ ਸੀ? ਮੇਰੇ ਫਾਦਰ ਸਾਹਿਬ ਹੁਣ ਨਹੀਂ ਰਹੇ। ਅੱਛਾ ਜੀ, ਕਦੋਂ ਹੋਇਆ ਇਹ? ਆਮ ਵੈਰੀ ਸੌਰੀ, ਮੈਂ ਬਹੁਤ ਛੋਟੀ ਸੀਗੀ ਉਦੋਂ, ਤੇ ਉਦੋਂ ਮਤਲਬ ਕਿ ਉਹ ਵੀ ਇੱਕ ਸਟਰਗਲ ਰਹੀ ਹੋ। ਸਟਰਗਲ ਸਰ, ਮਿਡਲ ਕਲਾਸ ਫੈਮਿਲੀ ਦੇ ਪੱਲੇ ਹੈ ਕਿ ਇੱਕ ਸਟਰਗਲ, ਸੰਘਰਸ਼ ਭਰੀ ਜ਼ਿੰਦਗੀ, ਬਸ ਇਸ ਤੋਂ ਬਾਅਦ ਕੁਝ ਨਹੀਂ। ਬਾਕੀ ਮੈਂ ਇਹੀ ਕਹੂੰਗੀ ਕਿ ਕੰਮ ਕਰੋ, ਕੋਈ ਸ਼ਰਮ ਨਹੀਂ ਹੈ ਕੰਮ ਦੇ ਵਿੱਚ, ਠੀਕ ਹੈ। ਮਿਹਨਤ ਕਰੋ, ਲੋਕਾਂ ਦੀ ਪਰਵਾਹ ਕਰਨੀ ਛੱਡ ਦਿਓ। ਜਦੋਂ ਫਾਦਰ ਸਾਹਿਬ ਨਹੀਂ ਸੀਗੇ, ਹਾਂਜੀ, ਮਦਰ ਸੰਭਾਲਦੇ ਸੀ? ਬਿਲਕੁਲ ਬਿਲਕੁਲ ਸਰ, ਮਦਰ ਨੇ ਸੰਭਾਲਿਆ, ਉਹਨਾਂ ਨੇ ਵੀ ਵਰਕ ਕਰਿਆ ਸਰ, ਬਾਹਰ ਜੌਬ ਕਰਦੇ ਸੀਗੇ, ਠੀਕ ਹੈ। ਅਤੇ ਹੁਣ ਮਤਲਬ ਕਿ ਹਾਲਾਤ ਜਿਹੜੇ ਨੇ ਘਰ ਦੇ ਨਾ, ਉਹ ਸ਼ੁਰੂ ਤੋਂ ਹੀ ਮਤਲਬ ਏਦਾਂ ਸੀਗੇ ਕਿ ਮਿਹਨਤ ਕਰਨਾ ਅਸੀਂ ਆਪਣੀ ਮਾਂ ਤੋਂ ਸਿੱਖਿਆ ਜੀ। ਮੇਰੇ ਮਦਰ ਜਿਹੜੇ ਦ੍ਰਿੜਤਾ ਉੱਥੋਂ ਆਈ ਹੈ, ਮਿਹਨਤ ਜਿਹੜੀ। ਮੇਰੇ ਮਦਰ ਹੁਣ ਵੀ ਮਾਰਨਿੰਗ 4 ਵਜੇ ਉੱਠਦੇ ਨੇ, ਉਹਨਾਂ ਨੇ ਆਪਣੀ ਪਾਠ ਪੂਜਾ ਕਰਨੀ ਹੈ, ਉਸ ਤੋਂ ਬਾਅਦ ਉਹਨਾਂ ਨੇ ਸਾਰੇ ਕੰਮ ਸ਼ੁਰੂ ਕਰਨੇ ਆ ਘਰ ਦੇ। ਵੀ ਜਿਹੜਾ ਮੈਂ ਕਹਿੰਦੀ ਹਾਂ ਗੁਰਦੁਆਰਾ ਸਾਹਿਬ ਜਾਂਦੀ ਆ ਮੈਂ, ਚਲੋ ਅਸੀਂ ਹਿੰਦੂ ਆ ਬਟ ਸਟਿਲ ਫਿਰ ਵੀ ਮੇਰਾ ਧਿਆਨ ਉਧਰ ਹੈ ਨਾ। ਤੇ ਇਹਦਾ ਕੀ ਕਾਰਨ ਬਣਿਆ, ਕਿਵੇਂ ਸਿੱਖੀਜ਼ਮ ਨਾਲ ਕਿਵੇਂ ਜੁੜੇ? ਉਹ ਸਰ, ਮੈਂ ਰਾਮਗੜੀਆ ਸਕੂਲ ਚ ਪੜ੍ਹੀ ਹੋਈ ਆ, ਤੇ ਮੈਂ ਕਾਲਜ ਵੀ ਰਾਮਗੜੀਆ ਕਰਿਆ, ਉਸ ਤੋਂ ਬਾਅਦ ਮੈਂ ਪੀਟੀ ਦਾ ਕਰਿਆ ਸੀਗਾ ਨਾਰੰਗਵਾਲ ਤੋਂ। ਤੇ ਮੈਂ ਉਦੋਂ ਮਤਲਬ ਮੈਂ ਸ਼ੁਰੂ ਤੋਂ ਹੀ ਜਿਵੇਂ ਗੁਰਬਾਣੀ ਦੇ ਨਾਲ ਰਹੇ ਹੈ ਨਾ, ਮੈਂ ਗੱਤਕਾ ਵੀ ਸਟੇਟ ਲੈਵਲ ਤੱਕ ਕਰਿਆ ਹੋਇਆ ਸਰ। ਹਾਂਜੀ, ਢਾਲ ਤਲਵਾਰਬਾਜੀ ਇਹ ਸਭ ਕੁਝ ਮੈਨੂੰ ਆਉਂਦਾ, ਹਜੇ ਤੱਕ ਆਉਂਦਾ ਮੈਨੂੰ ਉਹ ਸਟੈਪ। ਤੁਸੀਂ ਕਿਹਾ ਹਿੰਦੂ ਹੋ ਪਰ ਸਕੂਨ ਸਿੱਖੀ ਚ ਮਿਲਦਾ, ਗੁਰਬਾਣੀ ਚ? ਬਿਲਕੁਲ ਸਰ, ਇਹ ਅਸੀਂ ਕੋਈ ਉਹ ਨਹੀਂ ਸਰ, ਕਿਸੇ ਬੰਦਿਸ਼ ਨਹੀਂ ਹੈ, ਕਿਉਂਕਿ ਮੈਂ ਬਾਬਾ ਦੀਪ ਸਿੰਘ ਜਾਣੀ ਆ। ਜਦੋਂ ਮੈਂ ਉੱਥੇ ਜਾਣਾ, ਮੈਂ ਬਹੁਤ ਮੰਨਦੀ ਆ, ਇਹ ਗੱਲ ਨਹੀਂ ਹੈ ਕਿ ਮੈਂ ਨਹੀਂ, ਮੈਂ ਮਤਲਬ ਹਿੰਦੂ ਧਰਮ ਦਾ ਅਸੀਂ ਬਿਲੋਂਗ ਕਰਦੇ ਆ, ਆਪਣਾ ਧਰਮ ਮੈਂ ਛੱਡਿਆ ਨਹੀਂ, ਆਪਣੇ ਧਰਮ ਦੇ ਵਿੱਚ ਹੀ ਆ। ਪਰ ਇੱਕ ਹੁੰਦਾ ਨਾ ਕਿ ਹੁਣ ਕੁਝ ਵੀ ਸਰ ਵੰਡਿਆ ਨਹੀਂ ਹੈ, ਪਰਮਾਤਮਾ ਦਾ ਇੱਕ ਹੀ ਹੈ। ਉੱਥੇ ਜਾ ਕੇ ਥੋੜੀ ਜਿਹੀ ਅਲੱਗ ਸਕੂਨ ਹੈ। ਹੁਣ ਕਈਆਂ ਨੂੰ ਕਿਸੇ ਜਿਮ 'ਚ ਵਰਕਆਊਟ ਕਰਨਾ ਅੱਛਾ ਲੱਗਦਾ, ਕਈਆਂ ਨੂੰ ਕਿਸੇ ਜਿਮ 'ਚ ਵਰਕਆਊਟ, ਬਸ ਉਹੀ ਚੱਕਰ ਹੈ, ਹੋਰ ਕੁਝ ਨਹੀਂ ਹੈ। ਤਾਂ ਬਿਲਕੁਲ ਬੜੀਆਂ ਸੋਹਣੀਆਂ ਤੇ ਦਿਲਚਸਪ ਗੱਲਾਂ ਵੀ ਕੀਤੀਆਂ, ਸਟਰਗਲ ਦੀ, ਦ੍ਰਿੜਤਾ ਦੀ, ਜਜ਼ਬੇ ਦੀ ਕਹਾਣੀ ਵੀ ਦਿਖਾਈ ਹੈ ਤੁਹਾਨੂੰ। ਤੇ ਇਹਨਾਂ ਦਾ ਕੈਫੇ ਵੀ ਆ, ਦੀਪਕਸ ਕੈਫੇ, ਤੁਸੀਂ ਉੱਥੇ ਵੀ ਆ ਸਕਦੇ ਹੋ। ਕਿਸੇ ਨੇ ਟ੍ਰੇਨਿੰਗ ਲੈਣੀ ਹੈ ਤਾਂ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਜਿਮ ਵਗੈਰਾ ਦੀ ਸਪੋਰਟ ਦੀ। ਬਰਾਊਜ਼ ਡੇਲੀ ਟੀਵੀ ਦੇਖਦੇ ਰਹੋ। ਪੇਸ਼ਕਸ਼ ਕਿਵੇਂ ਲੱਗੀ, ਇਹਨਾਂ ਦੇ ਵਿਚਾਰ ਕਿਵੇਂ ਲੱਗੇ, ਕਹਾਣੀ ਕਿਵੇਂ ਲੱਗੀ, ਕਮੈਂਟ ਸੈਕਸ਼ਨ 'ਚ ਦੱਸੋ, ਤੇ ਸਬਸਕ੍ਰਾਈਬ ਕਰੋ, ਫੋਲੋ ਕਰੋ। ਧੰਨਵਾਦ।